ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਪੰਡਿਤ ਰਿਹਾ ਕਰਦਾ ਸੀ। ਪੰਡਿਤ ਬੜਾ ਜ਼ਿਆਦਾ ਗਿਆਨੀ ਅਤੇ ਗੁਣੀ ਸੀ, ਪਰ ਉਸਨੂੰ ਆਪਣੀ ਉੱਚ ਜਾਤ ਦਾ ਬੜਾ ਹੀ ਜ਼ਿਆਦਾ ਮਾਣ ਸੀ। ਜਦੋਂ ਕਿਸੇ ਗਲੀ ਮੁਹੱਲੇ ਵਿੱਚੋਂ ਲੰਘਦਾ, ਜੇਕਰ ਕਿਸੇ ਨੀਚ ਜਾਤ ਦਾ ਬੰਦਾ ਉਸਦੇ ਨੇੜਿਓਂ ਲੰਘ ਜਾਂਦਾ ਜਾਂ ਉਸਤੇ ਪਰਛਾਵਾਂ ਪੈ ਜਾਂਦਾ ਤਾਂ ਉਹ ਘਰ ਜਾ ਕੇ ਕੇਸੀ ਇਸ਼ਨਾਨ ਕਰਿਆ ਕਰਦਾ ਸੀ। ਉਸਨੂੰ ਇੰਨਾ ਜ਼ਿਆਦਾ ਮਾਣ ਸੀ, ਕਹਿੰਦੇ ਕਿ ਕੁਝ ਸਮਾਂ ਲੰਘਿਆ ਤੇ ਕਹਿੰਦੇ ਉਹ ਕਿਸੇ ਰੋਗ ਦੇ ਨਾਲ ਗ੍ਰਸਤ ਹੋ ਗਿਆ ਤੇ ਮੰਜੇ ਤੇ ਪੈ ਗਿਆ। ਕਿਸੇ ਵੈਦ ਹਕੀਮ ਦੀ ਕੋਈ ਦਵਾਈ ਉਸਨੂੰ ਅਸਰ ਨਾ ਕੀਤੀ। ਕਹਿੰਦੇ ਉਸੇ ਘਰ ਦੇ ਕੋਲੋਂ ਜਿਹੜੀ ਇੱਕ ਗਲੀ ਲੰਘਦੀ ਸੀ, ਉੱਥੋਂ ਇੱਕ ਗੁਰਸਿੱਖ ਰੋਜ਼ ਗੁਰੂ ਘਰ ਜਾਇਆ ਕਰਦਾ ਸੀ ਤੇ ਅੰਮ੍ਰਿਤ ਵੇਲੇ ਉਹ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰਦਾ ਸੀ। ਤੇ ਕਹਿੰਦੇ ਉਹਨੇ ਜਪਜੀ ਸਾਹਿਬ ਦਾ ਪਾਠ ਜਦੋਂ ਕਰਿਆ ਕਰਨਾ ਤੇ ਉਹ ਬੋਲ ਉਸਦੇ ਕੰਨਾਂ ਵਿੱਚ ਪਿਆ ਕਰਨੇ ਤਾਂ ਉਹਦਾ ਦੁੱਖ ਜਿਵੇਂ ਬਿਲਕੁਲ ਘੱਟ ਹੋ ਜਾਇਆ ਕਰਦਾ ਸੀ। ਕਹਿੰਦੇ ਹੌਲੀ ਹੌਲੀ ਉਹਦੇ ਕੰਨਾਂ 'ਚ ਸ਼ਬਦ ਪੈਣੇ, ਉਹਨੂੰ ਐਵੇਂ ਲੱਗਣਾ ਕਿ ਜਿਵੇਂ ਸਾਰੀ ਪੀੜ ਉਸਦੀ ਚੁਗੀ ਗਈ ਹੋਵੇ। ਇੱਕ ਦਿਨ ਉਸਨੇ ਆਪਣੇ ਕੋਲ ਬੁਲਾਇਆ ਤੇ ਕਿਹਾ, ਤੁਸੀਂ ਅੰਮ੍ਰਿਤ ਵੇਲੇ ਜਦੋਂ ਲੰਘਦੇ ਹੋ ਤਾਂ ਕੀ ਸ਼ਬਦ ਉਚਾਰਨ ਕਰਦੇ ਹੋ? ਤਾਂ ਉਸ ਗੁਰਸਿੱਖ ਨੇ ਕਿਹਾ, ਮੈਂ ਉਸ ਸਮੇਂ ਜਪਜੀ ਸਾਹਿਬ ਦਾ ਪਾਠ ਕਰਦਾ ਹਾਂ। ਉਹ ਕਹਿੰਦਾ, ਜੀ ਮੈਨੂੰ ਵੀ ਦੱਸ ਦਿਓ। ਕਹਿੰਦੇ, ਜੀ ਜ਼ਰੂਰ। ਕਹਿੰਦੇ, ਇਹ ਬਾਣੀ ਕਿੱਥੋਂ ਆਈ ਹੈ? ਉਸ ਸਮੇਂ ਕਹਿੰਦੇ ਵੀ ਗੁਰੂ ਜੀ ਆਪਣੀ ਗੱਦੀ ਤੇ ਬਿਰਾਜਮਾਨ ਸਨ ਤੇ ਕਹਿੰਦੇ ਗੁਰੂ ਜੀ ਕੋਲ ਲੈ ਕੇ ਗਿਆ। ਕਹਿੰਦੇ ਕਿ ਜਦ ਉਸਨੇ ਉੱਥੇ ਜਾ ਕੇ ਮੱਥਾ ਟੇਕਿਆ ਤੇ ਗੁਰੂ ਜੀ ਉਸ ਸਮੇਂ ਕਥਾ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਪਏ ਸਨ। ਕਹਿੰਦੇ ਉਸਦੇ ਕੋਲ ਜਾ ਕੇ ਸੰਗਤਾਂ 'ਚ ਮੱਥਾ ਟੇਕ ਕੇ ਬੈਠ ਕੇ ਕਹਿੰਦੇ ਕੁਝ ਸਮੇਂ ਬਾਅਦ ਮਨ 'ਚ ਪਤਾ ਨਹੀਂ ਕੀ ਆਇਆ ਤੇ ਉੱਥੋਂ ਉੱਠ ਕੇ ਬਾਹਰ ਜਾ ਕੇ ਜੋੜਿਆਂ ਦੀ ਸੇਵਾ ਕਰਨ ਲੱਗ ਗਏ। ਕਹਿੰਦੇ ਹਨ ਕਿ ਗਲ 'ਚ ਜੋ ਪਰਨਾ ਧੋਤੀ ਪਾਈ ਹੋਈ ਸੀ, ਉਸ ਦੇ ਨਾਲ ਉਹ ਜੋੜਿਆਂ ਦੀ ਸੇਵਾ ਕਰਨ ਲੱਗ ਪਿਆ। ਹੁਣ ਪਤਾ ਨਹੀਂ ਕੀ ਲੱਗਾ ਵੀ ਪਹਿਲਾਂ ਕਿਸੇ ਦਾ ਪਰਛਾਵਾਂ ਪੈਣ ਤੇ ਆਪਣੇ ਆਪ ਨੂੰ ਕੇਸੀ ਇਸ਼ਨਾਨ ਕਰਦਾ ਸੀ ਤੇ ਹੁਣ ਉਹ ਜੋੜਿਆਂ ਵਿੱਚ ਬੈਠ ਕੇ ਜੋੜੇ ਸਾਫ਼ ਕਰਨ ਦੀ ਸੇਵਾ ਕਰਦਾ ਪਿਆ ਹੈ। ਐਵੇਂ ਹੀ ਉਹਦੀ ਲਗਨ ਉੱਥੇ ਲੱਗ ਗਈ ਤੇ ਕਹਿੰਦੇ ਹਨ ਕਿ ਇੱਕ ਦਿਨ ਕਿਹਾ ਵੀ ਜਦੋਂ ਸਾਰੀ ਸੰਗਤ ਚਲੀ ਜਾਂਦੀ ਹੈ ਨਾ, ਉਸ ਤੋਂ ਬਾਅਦ ਜਿੰਨੀ ਉੱਥੇ ਜੋ ਵੀ ਸੰਗਤ ਬੈਠਦੀ ਸੀ ਉਹਨੂੰ ਵੀ ਉਹ ਸਾਫ਼ ਕਰਨ ਲੱਗਾ ਤੇ ਹੌਲੀ ਹੌਲੀ ਜੋ ਵੀ ਗੁਰੂ ਘਰ 'ਚ ਸੇਵਾ ਮਿਲਦੀ ਤੇ ਉਹ ਉਹੀ ਸੇਵਾ ਕਰਨ ਲੱਗ ਜਾਂਦਾ। ਇੱਕ ਦਿਨ ਗੁਰੂ ਜੀ ਦੀ ਨਜ਼ਰ ਉਸ ਉੱਪਰ ਪਈ ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਤੁਸੀਂ ਤਾਂ ਗਿਆਨਵਾਨ ਹੋ, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਐਵੇਂ ਨਾ ਕਰਿਆ ਕਰੋ। ਜੋ ਸੰਗਤ ਚੜਾਵਾ ਚੜਾ ਕੇ ਜਾਂਦੀ ਹੈ ਨਾ, ਤੁਸੀਂ ਉਸ ਦਾ ਹਿਸਾਬ ਕਿਤਾਬ ਰੱਖ ਲਿਆ ਕਰੋ। ਗੁਰੂ ਜੀ ਇਹ ਕਹਿ ਕੇ ਚਲੇ ਗਏ ਤੇ ਕਹਿੰਦੇ ਹੁਣ ਸਵੇਰੇ ਸ਼ਾਮ ਉਹਨੇ ਜੋੜਿਆਂ ਦੀ ਸੇਵਾ ਕਰਿਆ ਕਰਨੀ। ਉਸ ਤੋਂ ਬਾਅਦ ਜਦੋਂ ਕਥਾ ਕੀਰਤਨ ਦੀ ਸਮਾਪਤੀ ਹੋ ਜਾਇਆ ਕਰਨੀ, ਉਸਨੇ ਹਾਲ ਦੇ ਵਿੱਚ ਜੋ ਚਾਦਰਾਂ ਦਰੀਆਂ ਸਨ ਉਹਨਾਂ ਨੂੰ ਝਾੜਨ ਦੀ ਸੇਵਾ ਕਰਿਆ ਕਰਨੀ। ਉਸ ਤੋਂ ਬਾਅਦ ਜਿਹੜਾ ਉੱਥੇ ਪਾਤਸ਼ਾਹ ਦੇ ਕੋਲ ਵੱਖ-ਵੱਖ ਭੇਟਾਵਾਂ ਲੈ ਕੇ ਆਉਂਦੇ ਸੀ ਉਹਨਾਂ ਦਾ ਹਿਸਾਬ ਕਿਤਾਬ ਕਰਿਆ ਕਰਨਾ। ਕਹਿੰਦੇ ਕਿ ਦੂਰ ਦਰਾਡੇ ਤੋਂ ਬੜੀਆਂ ਹੀ ਸੰਗਤਾਂ ਆਇਆ ਕਰਦੀਆਂ ਸਨ। ਸੰਗਤਾਂ ਨੇ ਆ ਕੇ ਲੰਗਰ ਪ੍ਰਸ਼ਾਦਾ ਉੱਥੋਂ ਹੀ ਛਕਿਆ ਕਰਨਾ ਤੇ ਕਹਿੰਦੇ ਕਿ ਉਦੋਂ ਲੰਗਰ ਪ੍ਰਸ਼ਾਦਾ ਪੱਤਲਾਂ ਵਿੱਚ ਛਕਿਆ ਜਾਂਦਾ ਸੀ। ਸੰਗਤ ਨੇ ਪ੍ਰਸ਼ਾਦਾ ਛਕ ਕੇ ਕਈਆਂ ਨੇ ਤਾਂ ਪੱਤਲ ਉੱਥੇ ਹੀ ਰੱਖ ਦੇਣੇ ਜਾਂ ਕਈਆਂ ਨੇ ਪੱਤਲ ਪਾਸੇ ਸੁੱਟ ਦੇਣੇ, ਜਿਸ ਕਰਕੇ ਪ੍ਰਸ਼ਾਦਾ ਛਕਣ ਜਾਂ ਲੰਗਰ ਛਕਣ ਵਾਲੀ ਥਾਂ ਤੇ ਕਹਿੰਦੇ ਹਨ ਕਿ ਬਹੁਤ ਹੀ ਜ਼ਿਆਦਾ ਖਲਾਰਾ ਪੈ ਜਾਂਦਾ ਸੀ। ਇੱਕ ਦਿਨ ਉਸ ਭਾਈ ਸਾਹਿਬ ਨੇ, ਜਿਹੜਾ ਪੰਡਤ ਸੀ, ਉਸਨੇ ਕੀ ਕੀਤਾ ਕਿ ਇੱਕ ਥਾਂ ਜਿਹੀ ਬਣਾ ਲਈ। ਇੱਕ ਰੁੱਖ ਦੇ ਥੱਲੇ ਸਾਰੀ ਸੰਗਤ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਜਿੰਨਾ ਵੀ ਪੱਤਲਾਂ ਵਿੱਚ ਅਸੀਂ ਖਾਣਾ ਛਕਦੇ ਹਾਂ ਜਾਂ ਤੁਸੀਂ ਛਕਦੇ ਹੋ, ਉਸ ਨੂੰ ਤੁਸੀਂ ਇਸ ਜਗ੍ਹਾ ਦੇ ਉੱਪਰ ਰੱਖ ਜਾਇਆ ਕਰੋ। ਹੁਣ ਜਿਹੜਾ ਉੱਥੇ ਲੰਗਰ ਤੇ ਪ੍ਰਸ਼ਾਦੇ ਜਦੋਂ ਕੋਈ ਵੀ ਖਾਂਦਾ, ਉੱਥੇ ਜਿਹੜਾ ਗੰਦ ਪੈਂਦਾ ਸੀ ਉਹ ਲੋਕੀ ਐਵੇਂ ਹੀ ਸੁੱਟ ਜਾਂਦੇ ਸੀ ਤੇ ਕਈ ਝੂਠ ਵੀ ਛੱਡ ਦਿੰਦੇ ਸੀ। ਉਹ ਵੀ ਹੁਣ ਉੱਥੋਂ ਸਮਾਪਤ ਹੋ ਗਈ। ਹੁਣ ਭਾਈ ਸਾਹਿਬ ਕੀ ਕਰਨ ਲੱਗ ਪਏ ਕਿ ਉਹ ਪੰਡਿਤ ਜੀ ਜਿਹੜੇ ਲੋਕੀ ਪੱਤਲਾਂ 'ਚ ਪ੍ਰਸ਼ਾਦਾ ਪਾਣੀ ਛੱਡ ਕੇ ਜਾਂਦੇ ਸੀ ਨਾ,
ਉਹਨਾਂ ਪੱਤਲਾਂ ਵਿੱਚੋਂ ਕੱਢ ਕੇ ਇੱਕ ਪੱਤਲ ਵਿੱਚ ਪਾ ਲੈਂਦੇ ਸੀ ਤੇ ਉਹ ਖਾਣਾ ਖਾਣ ਲੱਗ ਪਏ। ਜਿੰਨੀ ਵੀ ਸੰਗਤ ਉਥੋਂ ਲੰਘ ਰਹੀ ਸੀ ਜਾਂ ਉੱਥੇ ਖਾਣਾ ਬਣਾਉਣ ਵਾਲੇ ਲਾਂਗਰੀ ਜਿਨ੍ਹਾਂ ਦੀ ਉਸ ਪੰਡਿਤ ਦੇ ਨਾਲ ਨੇੜਤਾ ਸੀ ਤੇ ਕਿਤੇ ਨਾ ਕਿਤੇ ਈਰਖਾ ਕਰਨ ਲੱਗ ਗਏ, ਜੋ ਅੱਜ ਕੱਲ੍ਹ ਦੀਆਂ ਆਪਾਂ ਸਭ ਵੇਖਦੇ ਹਾਂ। ਆਪਣੇ ਮਨ 'ਚ ਵੀ ਕਿਤੇ ਨਾ ਕਿਤੇ ਈਰਖਾ ਨੇ ਘਰ ਬਣਾਇਆ ਹੋਇਆ ਹੈ। ਐਵੇਂ ਉੱਥੇ ਵੀ ਘਰ ਬਣਿਆ ਹੋਇਆ ਸੀ ਈਰਖਾ ਦਾ। ਕਹਿੰਦੇ ਹਨ ਕਿ ਉਹ ਸਾਰੇ ਜਾਣੇ ਇਕੱਠੇ ਹੋ ਗਏ, ਗੁਰੂ ਪਾਤਸ਼ਾਹ ਜੀ ਕੋਲ ਗਏ ਤੇ ਕਹਿੰਦੇ, ਤੁਸੀਂ ਸਭ ਨੂੰ ਹੁਕਮ ਦਿੱਤਾ ਹੋਇਆ ਹੈ ਕਿ ਇੱਥੇ ਦਰਸ਼ਨ ਕਰਨ ਆਉਣ ਤੋਂ ਪਹਿਲਾਂ ਸਾਰੇ ਲੰਗਰ ਪ੍ਰਸ਼ਾਦਾ ਛਕ ਕੇ ਆਉਣਗੇ। ਪਰ ਉਹ ਸਾਰੇ ਜਾਣੇ ਇਕੱਠੇ ਹੋ ਕੇ ਗੁਰੂ ਪਾਤਸ਼ਾਹ ਜੀ ਦੇ ਕੋਲ ਗਏ। ਪੰਡਿਤ ਜੀ ਤਾਂ ਕਦੇ ਵੀ ਲੰਗਰ 'ਚ ਬੈਠ ਕੇ ਪ੍ਰਸ਼ਾਦਾ ਨਹੀਂ ਛਕਦੇ। ਇਹਨਾਂ ਨੂੰ ਤਾਂ ਅਜੇ ਵੀ ਆਪਣੇ ਉੱਚ ਜਾਤ ਦਾ ਮਾਣ ਹੈ। ਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਬੁਲਾ ਕੇ ਕਿਹਾ ਕਿ ਜਾਓ, ਤੁਸੀਂ ਪੰਡਿਤ ਜੀ ਨੂੰ ਬੁਲਾ ਕੇ ਲਿਆਓ। ਪੰਡਿਤ ਜੀ ਨੂੰ ਪੁੱਛਿਆ ਗਿਆ, ਪੰਡਿਤ ਜੀ ਤੁਸੀਂ ਲੰਗਰ ਨਹੀਂ ਛਕਦੇ? ਉਸ ਪੰਡਿਤ ਨੇ ਕਿਹਾ ਕਿ ਬਾਬਾ ਜੀ, ਮੈਂ ਕਿਉਂ ਨਹੀਂ ਛਕਦਾ ਪ੍ਰਸ਼ਾਦਾ? ਮੈਂ ਤਾਂ ਪ੍ਰਸ਼ਾਦਾ ਛਕਣ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਪ੍ਰਸ਼ਾਦਾ ਪਾਣੀ ਛਕਦਾ ਹਾਂ। ਗੁਰੂ ਜੀ ਨੇ ਕਿਹਾ, ਸੰਗਤਾਂ ਵੱਲੋਂ ਤੁਹਾਡੀ ਸ਼ਿਕਾਇਤ ਆਈ ਹੈ ਕਿ ਤੁਸੀਂ ਲੰਗਰ ਪ੍ਰਸ਼ਾਦਾ ਨਹੀਂ ਛਕਦੇ। ਉਹਨਾਂ ਨੇ ਕਿਹਾ, ਪਾਤਸ਼ਾਹ ਜੀ, ਮੈਂ ਤਾਂ ਰੋਜ਼ ਪ੍ਰਸ਼ਾਦਾ ਛਕਦਾ ਹਾਂ। ਉੱਥੇ ਲਾਂਗਰੀ ਸਨ ਜੋ ਹੋਰ ਸਨ, ਉਹਨਾਂ ਸਭ ਨੇ ਕਿਹਾ ਇਹ ਪ੍ਰਸ਼ਾਦਾ ਨਹੀਂ ਛਕਦੇ। ਉਹਨਾਂ ਕਿਹਾ, ਪਾਤਸ਼ਾਹ, ਜੋ ਵੀ ਸੰਗਤਾਂ ਜਿੰਨੀਆਂ ਇਹ ਪੱਤਲਾਂ 'ਚ ਪ੍ਰਸ਼ਾਦਾ ਛਕਦੇ ਨੇ, ਉਹ ਮੈਂ ਰੁੱਖ ਦੇ ਹੇਠਾਂ ਰਖਾ ਲੈਂਦਾ ਹਾਂ ਤੇ ਉਹਨਾਂ ਵਿੱਚ ਜਿਹੜੀ ਜੂਠ ਹੁੰਦੀ ਹੈ, ਜੋ ਚੌਲਾਂ ਦੇ ਦਾਣੇ, ਦਾਲ, ਸਬਜ਼ੀ, ਪ੍ਰਸ਼ਾਦਾ ਬਚਦੇ ਨੇ, ਮੈਂ ਉਹਦੇ ਨਾਲ ਆਪਣਾ ਢਿੱਡ ਭਰਦਾ ਹਾਂ। ਪਾਤਸ਼ਾਹ ਜੀ ਨੇ ਕਿਹਾ, ਤੁਸੀਂ ਐਵੇਂ ਕਿਉਂ ਕਰਦੇ ਹੋ ਜਦੋਂ ਕਿ ਲੰਗਰ ਤਾਂ ਬਹੁਤ ਮਾਤਰਾ ਵਿੱਚ ਬਣਦਾ ਹੈ? ਉਹਨੇ ਅੱਗੋਂ ਕਿਹਾ, ਪਾਤਸ਼ਾਹ ਜੀ, ਇਹ ਵੀ ਮੈਂ ਆਪਣੇ ਅਹਿਮ ਤੇ ਦੋ ਕਰਨਾ ਕਰਕੇ ਕਰਦਾ ਹਾਂ। ਪਾਤਸ਼ਾਹ ਜੀ ਨੇ ਪੁੱਛਿਆ ਤੇ ਪੰਡਿਤ ਕਹਿੰਦਾ ਕਿ ਪਹਿਲਾਂ ਮੈਨੂੰ ਆਪਣੀ ਉੱਚ ਜਾਤ ਦਾ ਬੜਾ ਮਾਣ ਸੀ। ਜੇਕਰ ਕਿਸੇ ਦਾ ਪਰਛਾਵਾਂ ਵੀ ਮੇਰੇ ਉੱਪਰ ਪੈ ਜਾਂਦਾ ਸੀ ਤਾਂ ਮੈਂ ਕੇਸੀ ਇਸ਼ਨਾਨ ਕਰਦਾ ਸੀ। ਮੈਂ ਉਹਨੂੰ, ਆਪਣੇ ਉਸ ਅਹਿਮ ਨੂੰ ਰੋਜ਼ ਇਹ ਝੂਠ ਖਵਾ ਖਵਾ ਕੇ ਮਾਰਦਾ ਹਾਂ। ਮੈਨੂੰ ਵਿਦਵਾਨ ਹੋਣ ਦਾ ਵੀ ਮਾਣ ਸੀ, ਮੈਂ ਉਸਨੂੰ ਵੀ ਰੋਜ਼ ਝੂਠ ਖਵਾ ਕੇ ਹੀ ਮਾਰਦਾ ਹਾਂ। ਪਾਤਸ਼ਾਹ ਜੀ ਨੇ ਆਪਣੇ ਇੱਕ ਸੇਵਕ ਨੂੰ ਕਿਹਾ ਕਿ ਇੱਕ ਥਾਲੀ ਦੇ ਵਿੱਚ ਇੱਕ ਸੁੱਚਮ ਪ੍ਰਸ਼ਾਦਾ ਪਾ ਕੇ ਲੈ ਕੇ ਆਓ। ਉਵੇਂ ਥਾਲੀ ਵਿੱਚ ਸੁੱਚਮ ਪ੍ਰਸ਼ਾਦਾ ਪਾ ਕੇ ਲਿਆਂਦਾ ਗਿਆ ਤੇ ਪਾਤਸ਼ਾਹ ਜੀ ਨੇ ਉਹਨੂੰ ਆਪਣੇ ਹੱਥਾਂ ਦੇ ਨਾਲ ਉਹ ਪ੍ਰਸ਼ਾਦਾ ਖਵਾਇਆ। ਤੇ ਪਾਤਸ਼ਾਹ ਜੀ ਨੇ ਕਿਹਾ ਕਿ ਜਦੋਂ ਤੱਕ ਇਸ ਧਰਤ ਤੇ ਸਾਡਾ ਨਾਮ ਰਹੇਗਾ, ਓਨਾ ਸਮਾਂ ਤੇਰਾ ਵੀ ਇਸ ਧਰਤੀ ਤੇ ਨਾਮ ਰਹੇਗਾ। ਪਾਤਸ਼ਾਹ ਜੀ ਨੇ ਕਿਹਾ, ਇਹ ਸੇਵਾ ਦੇ ਨਾਲ ਤੁਹਾਡੀਆਂ 7 ਕੁਲਾਂ, ਤੁਹਾਡੇ ਘਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿ ਜਾਵੇਗੀ। ਜੋ ਵੀ ਸੇਵਾ ਕਰੇਗਾ ਉਹਦੇ ਘਰ ਕਦੀ ਅੰਨ ਧਨ ਦੀ ਕਮੀ ਨਹੀਂ ਹੋਵੇਗੀ। ਇਸ ਲਈ ਕਿਹਾ ਜਾਂਦਾ ਹੈ ਕਿ ਗੁਰੂ ਘਰ ਜਾ ਕੇ ਕੀਤੀ ਹੋਈ ਸੇਵਾ ਹਮੇਸ਼ਾ ਹੀ ਫਲ ਲੈ ਕੇ ਆਉਂਦੀ ਹੈ। ਕਈ ਵਾਰ ਆਪਾਂ ਨੂੰ ਐਵੇਂ ਲੱਗਦਾ ਹੈ ਬਈ ਜ਼ਿੰਦਗੀ ਬੜੇ ਜ਼ਿਆਦਾ ਦੁੱਖਾਂ ਨਾਲ ਭਰੀ ਹੋਈ ਹੈ। ਉਸ ਸਮੇਂ ਤੁਸੀਂ ਗੁਰੂ ਘਰ ਜਾ ਕੇ ਸੇਵਾ ਕਰੋ। ਗੁਰੂ ਘਰ ਵਿੱਚ ਕੀਤੀ ਹੋਈ ਸੇਵਾ ਏਦਾਂ ਦਾ ਮੇਵਾ ਲੈ ਕੇ ਆਉਂਦੀ ਹੈ ਜੋ ਜਨਮਾਂ ਜਨਮਾਂ ਦੀ ਗਰੀਬੀ ਕੱਟ ਦਿੰਦੀ ਹੈ। ਆਪਣੇ ਸਭ ਵਿੱਚੋਂ ਕਈ ਜਾਣੇ ਇਹ ਕਹਿ ਦਿੰਦੇ ਹਨ ਕਿ ਸਾਡੇ ਕੋਲ ਸਮਾਂ ਨਹੀਂ ਹੁੰਦਾ ਸੇਵਾ ਕਰਨ ਦਾ, ਪਰ ਜਿਵੇਂ ਮੱਸਿਆ, ਸੰਗਰਾਂਦ, ਪੁੰਨਿਆ, ਦਸਵੀਂ ਜਾਂ ਹੋਰ ਕਈ ਐਸੇ ਦਿਹਾੜੇ ਹੁੰਦੇ ਹਨ ਜਦੋਂ ਸੰਗਤਾਂ ਹੁੰਮ ਹਮਾ ਕੇ ਗੁਰੂ ਘਰਾਂ ਵਿੱਚ ਪਹੁੰਚਦੀਆਂ ਹਨ, ਉਸ ਦਿਨ ਸੇਵਾ ਕਰਨ ਦਾ ਵੀ ਮੌਕਾ ਮਿਲਦਾ ਹੈ। ਉਸ ਦਿਨ ਗੁਰੂ ਘਰ ਜਾਓ। ਜਾਣਾ ਤਾਂ ਵੈਸੇ ਹਰ ਰੋਜ਼ ਚਾਹੀਦਾ ਹੈ, ਪਰ ਇਹਨਾਂ ਦਿਨਾਂ ਵਿੱਚ ਸੰਗਤਾਂ ਬੜੀਆਂ ਜ਼ਿਆਦਾ ਜਾਂਦੀਆਂ ਹਨ ਤੇ ਸਾਥ ਵੀ ਬਣ ਜਾਂਦਾ ਹੈ। ਇਸ ਲਈ ਇਹਨਾਂ ਦਿਨਾਂ ਵਿੱਚ ਤੁਸੀਂ ਜ਼ਰੂਰ ਜਾਓ, ਜਾ ਕੇ ਸੇਵਾ ਕਰੋ। ਤੁਹਾਡੇ ਵੱਲੋਂ ਕੀਤੀ ਗਈ ਸੇਵਾ, ਇਹ ਸੇਵਾ ਤੁਹਾਡੇ ਜਨਮਾਂ ਜਨਮਾਂ ਦੇ ਦੁੱਖਾਂ ਤੇ ਗਰੀਬੀ ਨੂੰ ਦੂਰ ਕਰ ਦੇਵੇਗੀ। ਜੋ ਵੀ ਚਾਹੁੰਦਾ ਹੈ ਕਿ ਸਾਡੇ ਘਰੋਂ ਕਲਾ ਕਲੇਸ਼ ਦੂਰ ਹੋ ਜਾਣ, ਗਰੀਬੀ ਦੂਰ ਹੋ ਜਾਵੇ, ਦਲਿੱਦਰ ਦੂਰ ਹੋ ਜਾਵੇ, ਇੱਥੋਂ ਤੱਕ ਕਿ ਰੋਗ ਵੀ ਦੂਰ ਹੋ ਜਾਣ, ਤੇ ਉਹ ਇਹ ਕੰਮ ਜ਼ਰੂਰ ਕਰੋ। ਗੁਰੂ ਘਰ ਜਾ ਕੇ ਕੀਤੀ ਇਹ ਸੇਵਾ ਤੁਹਾਨੂੰ ਕਦੀ ਖਾਲੀ ਨਹੀਂ ਮੋੜੇਗੀ, ਤੁਹਾਡੀਆਂ ਝੋਲੀਆਂ ਭਰ ਕੇ ਹੀ ਆਉਣਗੀਆਂ। ਇਸ ਲਈ ਬੀਬੀਆਂ, ਮਾਵਾਂ, ਭੈਣਾਂ,
ਤੇ ਪੁਰਖਾਂ ਅੱਗੇ ਬੇਨਤੀ ਹੈ ਜੀ ਕਿ ਗੁਰੂ ਘਰ ਜਾਇਆ ਕਰੋ, ਉੱਥੇ ਸੰਗਤ 'ਚ ਬੈਠ ਕੇ ਕਥਾ ਕੀਰਤਨ ਸੁਣਿਆ ਕਰੋ। ਪਤਾ ਨਹੀਂ ਕਥਾ ਕੀਰਤਨ ਦਾ ਕਿਹੜਾ ਬੋਲ ਤੁਹਾਡੇ ਜਨਮਾਂ ਜਨਮਾਂ ਦੇ ਦੁੱਖ ਤੇ ਰੋਗ ਕੱਟ ਦੇਵੇਗਾ ਤੇ ਗੁਰੂ ਘਰ ਕੀਤੀ ਹੋਈ ਸੇਵਾ ਤੁਹਾਡਾ ਹਰ ਇੱਕ ਦੁੱਖ ਦੂਰ ਕਰ ਦੇਵੇਗੀ। ਇਸ ਲਈ ਆਓ ਰਲ ਮਿਲ ਕੇ ਗੁਰੂ ਘਰ ਜਾਈਏ, ਆਪਣੇ ਬੱਚਿਆਂ ਨੂੰ ਵੀ ਅੱਗੇ ਪ੍ਰੇਰੀਏ ਕਿ ਜਦ ਉਹ ਸਿੱਖੀ ਦੇ ਲੜ ਲੱਗਣਗੇ ਫਿਰ ਆਪੇ ਹੀ ਉਹਨਾਂ ਦੇ ਦੁੱਖ ਦੂਰ ਹੋ ਜਾਣਗੇ ਤੇ ਉਹਨਾਂ ਨੂੰ ਕਾਮਯਾਬੀ ਤੇ ਰਾਹ ਤੇ ਜਾ ਕੇ ਹਰ ਸੁੱਖ ਮਿਲੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।